ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ। ਧਾਰਮਿਕ ਦੁਨੀਆ ਵਿੱਚ ਸੇਵਾ ਤੇ ਸਿਮਰਨ ਦੀ ਚਰਚਾ ਬਹੁਤ ਹੈ, ਪਰ ਜੀਵਨ ਵਿੱਚ ਇਹਨਾਂ ਦਾ ਅਭਾਵ ਹੈ ਤੇ ਦੋਹਾਂ ਦੀ ਸਮਝ ਵੀ ਅਧੂਰੀ ਹੈ। ਸਿਮਰਨ ਸ਼ਕਤੀ, ਚੇਤੇ ਸ਼ਕਤੀ ਅਕਾਲ ਪੁਰਖ ਵੱਲੋਂ ਮਿਲਿਆ ਇਹ ਮਹਾਨ ਤੋਹਫਾ ਹੈ, ਜਿਸ ਦੇ ਆਸਰੇ ਤੇ ਮਨੁੱਖਤਾ ਦਾ ਵਿਕਾਸ ਹੁੰਦਾ ਹੈ। ਕੱਲ੍ਹ ਦੀ ਘਟਨਾ ਅੱਜ ਚੇਤੇ ਨਹੀਂ ਤਾਂ ਅੱਜ ਅੱਗੇ ਕਦਮ ਪੁੱਟਣਾ ਔਖਾ ਹੋ ਜਾਵੇਗਾ। ਚੇਤੇ ਸ਼ਕਤੀ ਦੇ ਆਸਰੇ ਤੇ ਹੀ ਸਾਰਾ ਵਿਕਾਸ ਖੜਾ ਹੈ। ਚੇਤੇ ਜਿਸ ਨੂੰ ਯਾਦ ਕਰਦਾ ਹੈ ਉਸ ਨਾਲ ਸੰਬੰਧ ਜੁੜਿਆ ਰਹਿੰਦਾ ਹੈ। ਹਿਰਦਾ ਜਿਸ ਨੂੰ ਯਾਦ ਕਰਦਾ ਹੈ ਉਸ ਨਾਲ ਸੰਬੰਧ ਜੁੜਿਆ ਰਹਿੰਦਾ ਹੈ। ਜੋ ਭੁੱਲ ਜਾਂਦਾ ਹੈ ਵੇ ਸਿਮਰਤ ਹੋ ਜਾਂਦਾ ਹੈ, ਉਸ ਨਾਲ ਸੰਬੰਧ ਵੀ ਟੁੱਟ ਜਾਂਦਾ ਹੈ। ਜੋ ਯਾਦ ਵਿੱਚ ਹੈ ਉਸ ਨਾਲ ਸੰਬੰਧ ਵੀ ਜੁੜਿਆ ਰਹਿੰਦਾ ਹੈ, ਪਰ ਯਾਦ ਉਸੇ ਦੀ ਹੀ ਆਵੇਗੀ ਜਿਸ ਦਾ ਮਨ 'ਤੇ ਬਹੁਤਾ ਪ੍ਰਭਾਵ ਹੈ, ਅਤੇ ਪ੍ਰਭਾਵ ਉਸੇ ਦਾ ਹੀ ਪਵੇਗਾ ਜਿਸ ਨੂੰ ਕੀਮਤੀ ਮਹਾਨ ਸਮਝਿਆ ਗਿਆ ਹੈ। ਘਰ ਵਿੱਚ ਖਾਸ ਵਸਤੂਆਂ, ਕੀਮਤੀ ਵਸਤੂਆਂ ਤਾਂ ਚੇਤੇ ਰਹਿੰਦੀਆਂ ਹਨ, ਪਰ ਜਿਹੜੀਆਂ ਤੁੱਛ ਮਾਮੂਲੀ ਵਸਤੂਆਂ ਹਨ ਉਹ ਭੁੱਲ ਜਾਂਦੀਆਂ ਹਨ, ਤੇ ਜੋ ਭੁੱਲਦੀਆਂ ਹਨ ਉਹਨਾਂ ਨਾਲ ਸੰਬੰਧ ਵੀ ਟੁੱਟ ਜਾਂਦਾ ਹੈ। ਸੋ ਜਿਸ ਦਾ ਪ੍ਰਭਾਵ ਪੈ ਗਿਆ ਹੈ ਉਹ ਗੱਲ ਭੁਲਾਉਣੀ ਔਖੀ ਹੈ। ਉਹ ਵਸਤੂ ਅਤੇ ਹਸਤੀ ਵੀ ਭੁੱਲੇਗੀ ਨਹੀਂ ਜਿਹਦਾ ਮਨ 'ਤੇ ਪ੍ਰਭਾਵ ਪੈ ਗਿਆ ਹੈ, ਪਰ ਜਿਸ ਦਾ ਪ੍ਰਭਾਵ ਨਹੀਂ ਪਿਆ ਉਸ ਨੂੰ ਯਾਦ ਵੀ ਕੀਤਾ ਤਾਂ ਭੁੱਲ ਜਾਏਗਾ। ਸੋ ਇਹ ਇੱਕ ਅਟਲ ਸੱਚਾਈ ਹੈ। ਉਹੀ ਯਾਦ ਰਹਿੰਦਾ ਹੈ ਜਿਸ ਨੂੰ ਖਾਸ ਮਹਾਨ ਮੰਨ ਲਿਆ ਹੈ। ਉਹ ਭੁੱਲ ਜਾਂਦਾ ਹੈ ਜੋ ਤੁੱਛ ਹੈ, ਉਪਯੋਗੀ ਨਾ ਹੋਵੇ। ਈਸ਼ਵਰ ਗਵਾਚਿਆ ਨਹੀਂ ਹੈ, ਅਕਾਲ ਪੁਰਖ ਸਾਤੋਂ ਦੂਰ ਵੀ ਨਹੀਂ ਹੈ, ਉਹ ਤਾਂ ਸਾਡੇ ਰੋਮ ਰੋਮ ਵਿੱਚ ਹੈ। ਅਸੀਂ ਭੁੱਲ ਗਏ ਹਾਂ ਜਿਸ ਦੀ ਸੱਤਾ ਨਾਲ ਜੀਵਨ ਰੌਂ ਚੱਲ ਰਹੀ ਹੈ, ਤੇ ਉਹ ਭੁੱਲ ਜਾਵੇ ਫਿਰ ਜੀਵਨ ਵਿੱਚ ਸੁੱਖ ਸੁਪਨਾ ਹੋ ਜਾਂਦਾ ਹੈ। ਜਦ ਅਕਾਲ ਪੁਰਖ ਭੁੱਲ ਜਾਵੇ ਤਾਂ ਜੀਵਨ ਵਿੱਚ ਜਿਹੜਾ ਸੁੱਖ ਹੈ ਉਹ ਸੁਪਨਾ ਹੋ ਜਾਂਦਾ ਹੈ। ਜਥਾ ਇੱਕ ਤਿਲ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੇ। ਜਿਸ ਨੂੰ ਯਾਦ ਕਰਾਂਗੇ ਉਸ ਦੇ ਗੁਣ ਔਗਣ ਵੀ ਯਾਦ ਆਉਣਗੇ। ਚੇਤੇ ਸ਼ਕਤੀ ਨਾਲ ਅਸੀਂ ਜਿਸ ਨਾਲ ਸੰਬੰਧ ਜੋੜਾਂਗੇ ਉਸ ਦਾ ਗੁਣ ਸੁਭਾਵ ਵੀ ਸਾਡੇ ਅੰਦਰ ਪ੍ਰਵੇਸ਼ ਕਰੇਗਾ। ਤੁੱਛ ਜਾਂ ਆਪਣੇ ਤੋਂ ਛੋਟੇ ਨੂੰ ਵਾਰ-ਵਾਰ ਯਾਦ ਕਰਨ ਨਾਲ ਸੂਖਮ ਵੀ ਨਿਥਕ ਤੇ ਤੁੱਛ ਹੋ ਜਾਵੇਗਾ। ਬਾਰ-ਬਾਰ ਝੂਠ ਨੂੰ ਚੇਤੇ ਕੀਤਾ ਤਾਂ ਝੂਠਾ ਹੀ ਹੋ ਜਾਵੇਗਾ। ਸੱਚ ਦਾ ਚਿੰਤਨ ਸੱਚ ਸਰੂਪ ਕਰ ਦਿੰਦਾ ਹੈ। ਜਥਾ ਚੇਤਾ ਹੀ ਤਾਂ ਚੇਤ, ਸਾਹਿਬ ਸੱਚਾ ਸੋ ਧਣੀ। ਅਗਰ ਚੇਤੇ ਸ਼ਕਤੀ ਰੱਖਦਾ ਹੈ ਤਾਂ ਉਸ ਮਾਲਕ ਸੱਚੇ ਨੂੰ ਚੇਤੇ ਕਰ। ਇਹ ਜੀਵ ਜੇ ਚੇਤੇ ਸ਼ਕਤੀ ਰੱਖਦਾ ਹੈ ਤਾਂ ਉਸ ਮਾਲਕ ਸੱਚੇ ਨੂੰ ਚੇਤੇ ਕਰ। ਸੱਚ ਤਾਂ ਇਹ ਹੈ ਕਿ ਜੋ ਮਾਲਕ ਨੂੰ ਚੇਤੇ ਕਰਦਾ ਹੈ ਉਹ ਆਪਣੇ ਆਪ ਦਾ ਮਾਲਕ ਹੋ ਜਾਂਦਾ ਹੈ, ਅਤੇ ਜੋ ਆਪਣੇ ਤੋਂ ਤੁੱਛ ਨੂੰ ਚੇਤੇ ਕਰਦਾ ਹੈ ਉਹ ਤਾਂ ਗੁਲਾਮ ਹੋ ਕੇ ਰਹਿ ਜਾਂਦਾ ਹੈ। ਮਨੁੱਖ ਧਰਤੀ ਦਾ ਸਿਰਮੌਰ ਪ੍ਰਾਣੀ ਹੈ, ਪਰ ਆਪਣੇ ਤੋਂ ਥੱਲੇ ਨੂੰ ਵਾਰ-ਵਾਰ ਚੇਤੇ ਕਰਕੇ ਇਹ ਵਾਰ-ਵਾਰ ਅਧੋਗਤੀ ਨੂੰ ਪ੍ਰਾਪਤ ਹੋਇਆ ਹੈ। ਸੱਚ ਨੂੰ ਵਾਰ-ਵਾਰ ਭੁੱਲਿਆ ਹੈ ਤੇ ਵਾਰ-ਵਾਰ ਪਛਤਾਇਆ ਵੀ ਹੈ। ਜਥਾ ਭੁਲਾਵੜੈ ਭੁੱਲੀ, ਭੁੱਲ ਭੁੱਲ ਪਛੋਤਾਣੀ। ਸੋ ਪ੍ਰਸ਼ਨ ਖੜਾ ਹੁੰਦਾ ਹੈ ਕਿ ਸਿਮਰਨ ਕਿਸ ਦਾ ਕਰੀਏ, ਚੇਤੇ ਕਿਸ ਨੂੰ ਕਰੀਏ ਤੇ ਸੇਵਾ ਕਿਸ ਦੀ ਕਰੀਏ। ਗੁਰੂ ਰੂਪ ਸਾਧ ਸੰਗਤ, ਸਿਮਰਨ ਉਸ ਦਾ ਕਰਨਾ ਹੈ ਜੋ ਹਰ ਹਾਲਤ ਵਿੱਚ ਸਾਥੋਂ ਅੱਗੇ ਹੈ, ਤੇ ਸੇਵਾ ਉਸ ਦੀ ਕਰਨੀ ਹੈ ਜੋ ਕਿਸੇ ਵੀ ਪਹਿਲੂ ਵਿੱਚ ਸਾਡੇ ਨਾਲੋਂ ਪਿੱਛੇ ਹੈ। ਹਰ ਦੇਸ਼ ਹਰ ਹਾਲਤ ਵਿੱਚ ਅੱਗੇ ਨਹੀਂ ਹੈ ਤੇ ਹਰ ਹਾਲਤ ਵਿੱਚ ਪਿੱਛੇ ਵੀ ਨਹੀਂ ਹੈ। ਇੱਕ ਨਿਯਮ ਕੌਮੀ ਪੱਧਰ ਤੇ, ਇਹ ਜਿਹੜਾ ਨਿਯਮ ਹੈ ਇਹ ਕੌਮੀ ਪੱਧਰ ਤੇ ਅਤੇ ਵਿਅਕਤੀ ਪੱਧਰ ਤੇ ਵੀ ਲਾਗੂ ਹੁੰਦਾ ਹੈ।
ਕੋਈ ਕੌਮ, ਕੋਈ ਵਿਅਕਤੀ ਹਰ ਪਹਿਲੂ ਵਿੱਚ ਅੱਗੇ ਨਹੀਂ ਹੈ ਤੇ ਹਰ ਹਾਲਤ ਵਿੱਚ ਪਿੱਛੇ ਵੀ ਨਹੀਂ ਹੈ। ਜਿਵੇਂ ਸੂਈ ਆਪਣੀ ਥਾਂ ਤੇ ਅੱਗੇ ਹੈ, ਕਿਉਂਕਿ ਸੂਈ ਪਾਟੇ ਹੋਏ ਬਸਤਰਾਂ ਨੂੰ ਸਿਉਂ ਦਿੰਦੀ ਹੈ, ਪਰ ਰੱਖਿਆ ਕਰਨ ਵਿੱਚ ਪਿੱਛੇ ਹੈ। ਤਲਵਾਰ ਰੱਖਿਆ ਕਰਨ ਵਿੱਚ ਅੱਗੇ ਹੈ, ਪਰ ਬਸਤਰ ਸਿਉਣ ਵਿੱਚ ਉਹ ਕੰਮ ਨਹੀਂ ਕਰ ਸਕਦੀ। ਉਹਦੇ ਕੋਲੋਂ ਬਸਤਰ ਸਿਉਣ ਦਾ ਕੰਮ ਨਹੀਂ ਲਿਆ ਜਾ ਸਕਦਾ। ਸੋ ਤੁੱਛ ਵੀ ਹਰ ਹਾਲਤ ਵਿੱਚ ਤੁੱਛ ਨਹੀਂ ਹੈ, ਕਿਸੇ ਥਾਂ ਤੇ ਉਸ ਦਾ ਉਪਯੋਗ ਹੈ। ਤੇ ਮਹਾਨ ਵੀ ਹਰ ਹਾਲਤ ਵਿੱਚ ਮਹਾਨ ਨਹੀਂ ਹੈ, ਕਿਉਂਕਿ ਕਿਸੇ ਨਾ ਕਿਸੇ ਥਾਂ ਤੇ ਉਹ ਪਛੜਿਆ ਹੋਇਆ ਹੈ। ਇੱਕ ਉਦਾਹਰਨ ਹੈ ਜੋ ਸਮਸਤ ਜਗਤ ਤੇ ਲਾਗੂ ਹੁੰਦੀ ਹੈ। ਸੋ ਸਿਮਰਨ ਉਸ ਦਾ ਕਰਨਾ ਹੈ ਜੋ ਹਰ ਹਾਲਤ ਵਿੱਚ ਅੱਗੇ ਹੈ ਤੇ ਜੋ ਪਿੱਛੇ ਹੈ ਹੀ ਨਹੀਂ, ਜਿਸ ਨੂੰ ਪਿੱਛੇ ਰੱਖਿਆ ਵੀ ਨਹੀਂ ਜਾ ਸਕਦਾ। ਉਹ ਤਾਂ ਕੇਵਲ ਅਕਾਲ ਪੁਰਖ ਹੈ। ਉਸ ਅਕਾਲ ਪੁਰਖ ਦਾ ਸਿਮਰਨ ਇਸ ਲਈ ਕਰਨਾ ਹੈ ਕਿ ਅਸੀਂ ਅੱਗੇ ਹੋ ਸਕੀਏ। ਜਥਾ ਆਗਾਹ ਕੂ ਤਰਾਗ, ਪਿਛਾ ਫੇਰ ਨਾ ਮੋਢੜਾ। ਨਾਨਕ ਸਿਜ ਅਵੇਹਾ ਵਾਰ, ਬਹੁੜ ਨਾ ਹੋਵੀ ਜਨਮੜਾ। ਅਕਾਲ ਪੁਰਖ ਬੇਅੰਤ ਹੈ ਤੇ ਬੇਅੰਤ ਨੂੰ ਚੇਤੇ ਕਰਨ ਦੀ ਵੀ ਇੱਕ ਸ਼ਰਤ ਹੈ, ਉਸ ਨੂੰ ਆਪਣਾ ਅੰਤ ਚੇਤੇ ਹੈ। ਸਮਸਤ ਧਰਮਾਂ ਨੇ ਮੌਤ ਦਾ ਚਿੰਤਨ ਦੱਸਿਆ ਹੈ, ਕਿਉਂਕਿ ਮੌਤ ਅੱਜ ਹੁਣ ਨਹੀਂ ਅੱਗੇ ਹੈ। ਚਾਹੇ ਇੱਕ ਪਲ ਵੀ ਹੈ ਪਰ ਅੱਗੇ ਹੈ। ਜਨਮ ਪਿੱਛੇ ਹੈ। ਜੋ ਆਪਣੀ ਚੇਤੇ ਸ਼ਕਤੀ ਅਗਾਂਹ ਵਧੂ ਕਰੇਗਾ, ਉਸ ਨੂੰ ਮੌਤ ਚੇਤੇ ਆਵੇਗੀ। ਜੋ ਆਪਣੀ ਚੇਤੇ ਸ਼ਕਤੀ ਨੂੰ ਪਿੱਛੇ ਕਰੇਗਾ, ਉਸ ਨੂੰ ਜਨਮ ਚੇਤੇ ਆਵੇਗਾ। ਜੋ ਖਿੜਿਆ ਹੋਇਆ ਫੁੱਲ ਹੈ, ਜਿਸ ਨੂੰ ਉਸ ਫੁੱਲ ਵਿੱਚ ਮੁਰਝਾਣਾ ਦਿਸ ਪਿਆ, ਫਿਰ ਫੁੱਲ ਦਾ ਵੇਖਣਾ ਬੰਧਨ ਨਹੀਂ ਹੋਵੇਗਾ। ਮੁਰਝਾਏ ਹੋਏ ਫੁੱਲ ਨੂੰ ਵੇਖ ਮਹਾਤਮਾ ਬੁੱਧ ਉਸ ਜੀਵਨ ਫੁੱਲ ਦੀ ਤਲਾਸ਼ ਵਿੱਚ ਨਿਕਲ ਪਏ ਸਨ, ਜਿਸ ਵਿੱਚ ਮੁਰਝਾਣਾ ਨਹੀਂ ਹੈ। ਧਰਮ ਦੀ ਪਹਿਲੀ ਸ਼ਰਤ ਹੈ ਕਿ ਮੌਤ ਚੇਤੇ ਹੋਵੇ। ਜਥਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਸਭਨਾ ਕੀ ਰੇਣਕਾ, ਤਉ ਆਓ ਹਮਾਰੇ ਪਾਸ। ਮੂੜ ਲੋਕ ਤਾਂ ਬੁੱਢੇ ਹੋ ਕੇ ਵੀ ਜਨਮ ਦਿਨ ਮਨਾਉਂਦੇ ਹਨ, ਮਰਨ ਦਿਨ ਚੇਤੇ ਨਹੀਂ ਰੱਖਦੇ। ਜਨਮ ਤਾਂ ਪਿੱਛੇ ਹੈ, ਜਨਮ ਨੂੰ ਚੇਤੇ ਨਹੀਂ ਕਰਨਾ, ਬਲਕਿ ਜਿਸ ਦਾ ਜਨਮ ਹੋਇਆ ਹੋਵੇ ਉਸ ਦੀ ਸੇਵਾ ਕਰਨੀ ਹੈ। ਕਿਉਂਕਿ ਜਿਸ ਦਾ ਅੱਜ ਜਨਮ ਹੋਇਆ ਉਹ ਤਾਂ ਕਮਜ਼ੋਰ ਹੈ, ਲਾਚਾਰ ਹੈ, ਦੂਜੇ ਤੇ ਨਿਰਭਰ ਹੈ। ਜੋ ਜਨਮ ਨੂੰ ਚੇਤੇ ਰੱਖਦਾ ਹੈ ਉਹ ਕਦੀ ਜੀਵਨ ਦੀ ਉੱਚਤਾ ਨੂੰ ਨਹੀਂ ਛੋਹ ਸਕਦਾ। ਜੋ ਅੰਤ ਨੂੰ ਚੇਤੇ ਰੱਖਦਾ ਹੈ ਉਹ ਬੇਅੰਤ ਵਿੱਚ ਲੀਨ ਹੋ ਜਾਂਦਾ ਹੈ। ਬੇਅੰਤ ਤੱਕ ਪਹੁੰਚਣ ਲਈ ਸਾਨੂੰ ਆਪਣੇ ਅੰਤ ਤੋਂ ਲੰਘਣਾ ਪੈਂਦਾ ਹੈ। ਮੌਤ ਸਰੀਰ ਦੇ ਇਸ ਚੋਲੇ ਨੂੰ ਪਰਿਵਰਤਨ ਕਰ ਦਿੰਦੀ ਹੈ। ਮੌਤ ਜੀਵਨ ਦੀ ਤਬਦੀਲੀ ਹੈ। ਅਗਰ ਜਿਉਂਦਿਆਂ ਜੀ ਮੌਤ ਚੇਤੇ ਆ ਜਾਵੇ ਤਾਂ ਜੀਵਨ ਵਿੱਚ ਇੱਕ ਮਹਾਨ ਪਰਿਵਰਤਨਤਾ ਆਉਂਦੀ ਹੈ। ਅਗਰ ਮਰ ਗਿਆ ਹੈ ਤਾਂ ਫਿਰ ਇਹੀ ਜੀਵਨ ਮਿਲੇਗਾ ਜੋ ਹੁਣ ਹੈ। ਪਰ ਜਿਉਂਦਿਆਂ ਜੀ ਮੌਤ ਚੇਤੇ ਆ ਗਈ ਤਾਂ ਪਰਮ ਜੀਵਨ ਮਿਲਦਾ ਹੈ, ਜਿਸ ਵਿੱਚ ਮੌਤ ਨਹੀਂ, ਜਿਸ ਦਾ ਅੰਤ ਵੀ ਨਹੀਂ। ਉਥੇ ਤਾਂ ਬੇਅੰਤ ਹੀ ਹੈ। ਜਥਾ ਨਾਨਕ ਬੱਧਾ ਘਰ ਤਾਂ, ਜਿੱਥੇ ਮਿਰਤ ਨਾ ਜਨਮ ਜਰਾ। ਉਥੇ ਨਾ ਤੇ ਮਿਰਤ ਮੌਤ ਹੈ ਤੇ ਨਾ ਹੀ ਉਥੇ ਜਰਾ ਬੁਢੇਪਾ ਹੈ ਤੇ ਨਾ ਹੀ ਪੁਨਰ ਜਨਮ ਹੈ। ਸੋ ਸਾਧ ਸੰਗਤ ਸਿਮਰਨ ਬੇਅੰਤ ਦਾ ਕਰਨਾ ਹੈ ਜੋ ਹਰ ਹਾਲਤ ਵਿੱਚ ਅੱਗੇ ਹੈ। ਅੱਗੇ ਦਾ ਚਿੰਤਨ ਜੀਵਨ ਨੂੰ ਅੱਗੇ ਲੈ ਜਾਂਦਾ ਹੈ। ਸੇਵਾ ਉਸ ਦੀ ਕਰਨੀ ਹੈ ਜੋ ਪਿੱਛੇ ਹੈ, ਅਤੇ ਸੇਵਾ ਇਸ ਲਈ ਕਰਨੀ ਹੈ ਕਿ ਇਹ ਅੱਗੇ ਹੋ ਸਕੇ। ਸੇਵਾ ਸੰਸਾਰ ਦੀ ਕਰਨੀ ਹੈ ਤੇ ਸਿਮਰਨ ਨਿਰੰਕਾਰ ਦਾ ਕਰਨਾ ਹੈ। ਨਿਰੰਕਾਰ ਦੀ ਅਸੀਂ ਕਦੀ ਸੇਵਾ ਕਰ ਸਕਦੇ ਨਹੀਂ, ਬਲਕਿ ਨਿਰੰਕਾਰ ਹੀ ਸਾਡੀ ਸੇਵਾ ਕਰ ਰਿਹਾ ਹੈ। ਸੇਵਾ ਮੁਹਤਾਜ, ਬੇਆਸਰਾ, ਕਮਜ਼ੋਰ ਦੀ, ਜੋ ਪਿੱਛੇ ਆ ਉਸ ਦੀ ਕਰੀਦੀ ਹੈ। ਸੋ ਪ੍ਰਮਾਤਮਾ ਤਾਂ ਹਰ ਹਾਲਤ ਵਿੱਚ ਆਪਣੇ ਨਾਲੋਂ ਤਥਾ ਸਾਰੇ ਬ੍ਰਹਿਮੰਡ ਨਾਲੋਂ ਅੱਗੇ ਹੈ।
ਪ੍ਰਮਾਤਮਾ ਸਾਡੀ ਸੇਵਾ ਕਰ ਰਿਹਾ ਹੈ, ਕਿਉਂਕਿ ਅਸੀਂ ਪਛੜੇ ਹੋਏ ਹਾਂ। ਸੂਰਜ ਦੇ ਰੂਪ ਦੇ ਵਿੱਚ ਉਹ ਰੌਸ਼ਨੀ ਦੇ ਰਿਹਾ ਹੈ, ਬੱਦਲ ਦੇ ਰੂਪ ਦੇ ਵਿੱਚ ਉਹ ਜਲ ਵਰਖਾ ਕਰ ਰਿਹਾ ਹੈ, ਚੰਦਰਮਾ ਦੇ ਰੂਪ ਦੇ ਵਿੱਚ ਰਸ ਪ੍ਰਦਾਨ ਕਰਦਾ ਹੈ, ਧਰਤੀ ਦੇ ਰੂਪ ਦੇ ਵਿੱਚ ਅਨਾਜ ਦੇ ਰਿਹਾ ਹੈ। ਨਿਰੰਕਾਰ ਸਾਡੀ ਸੇਵਾ ਵਿੱਚ ਸੰਲਗਨ ਹੈ। ਅਸੀਂ ਉਸ ਦੀ ਕੀ ਸੇਵਾ ਕਰ ਸਕਦੇ ਹਾਂ? ਉਸ ਨੂੰ ਭੁੱਖ ਨਹੀਂ ਲੱਗਦੀ ਜੋ ਅਸੀਂ ਰੋਟੀ ਖਿਲਾਈਏ, ਉਸ ਨੂੰ ਵਸਤਰਾਂ ਦੀ ਲੋੜ ਨਹੀਂ, ਉਹ ਸਮੱਗਰ ਨੂੰ ਦੇਣ ਵਾਲਾ ਹੈ। ਅਸੀਂ ਉਸ ਨੂੰ ਕੀ ਦੇ ਸਕਦੇ ਹਾਂ ਕਿ ਉਸ ਦੀ ਕੀ ਸੇਵਾ ਕਰ ਸਕਦੇ ਹਾਂ? ਸੋ ਖਾਲਸਾ ਸਾਧ ਸੰਗਤ, ਉਹ ਅਕਾਲ ਪੁਰਖ ਸਾਡੀ ਤਥਾ ਸਾਰੇ ਸੰਸਾਰ ਦੀ ਸੇਵਾ ਕਰ ਰਿਹਾ ਹੈ। ਸੋ ਸੇਵਾ ਉਸ ਦੀ ਕਰਨੀ ਹੈ ਜੋ ਗੁਣ, ਕਲਾ, ਧਰਮ, ਧਨ, ਜਾਤ ਪਾਤ, ਰੁਤਬੇ ਕਰਕੇ ਪਿੱਛੇ ਰਹਿ ਗਿਆ ਹੈ, ਤਾਂ ਕਿ ਸੇਵਾ ਦੇ ਆਸਰੇ ਤੇ ਉਸ ਦੀਆਂ ਲੋੜਾਂ ਪੂਰੀਆਂ ਹੋਵਣ ਕਿ ਉਹ ਅੱਗੇ ਵਧੇ। ਦਰਅਸਲ ਸਿਮਰਨ ਤਾਂ ਉਹੀ ਕਰੇਗਾ ਜਿਸ ਦਾ ਆਪਣੇ ਆਪ ਵਿੱਚ ਸੰਤੋਖ ਹੈ, ਔਰ ਸੇਵਾ ਉਹੀ ਕਰੇਗਾ ਜਿਸ ਦੀ ਦੂਜਿਆਂ ਤੇ ਦਇਆ ਹੈ। ਪਰ ਸੱਚੀ ਦਇਆ ਵੀ ਉਸ ਕੋਲ ਹੈ ਸਾਧ ਸੰਗਤ ਜੋ ਸਿਮਰਨ ਕਰਦਾ ਹੈ। ਸਿਮਰਨ ਤੋਂ ਬਿਨਾਂ ਹਿਰਦਾ ਸ਼ੁੱਧ ਨਹੀਂ ਹੁੰਦਾ, ਤੇ ਅਸ਼ੁੱਧ ਹਿਰਦੇ ਨਾਲ ਕੀਤੀ ਸੇਵਾ ਦਰਅਸਲ ਸੇਵਾ ਨਹੀਂ, ਵਪਾਰ ਹੈ। ਸਤਿਗੁਰੂ ਜੀ ਫਰਮਾਉਂਦੇ, ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ। ਕੁਝ ਸੇਵਾ ਕਰਕੇ ਤੇ ਜਿਸ ਦੀ ਸੇਵਾ ਕਰਨੀ ਹੈ ਉਸ ਤੋਂ ਕੁਝ ਪ੍ਰਾਪਤ ਕਰਨਾ ਹੈ ਤਾਂ ਇਹ ਵਪਾਰ ਹੈ। ਰਾਜਨੀਤਿਕ ਦੇਸ਼ ਦੀ ਸੇਵਾ ਕਰਕੇ ਫਿਰ ਸਿੰਘਾਸਨ ਚਾਹੁੰਦਾ ਹੈ। ਉਹ ਚਰਨਾਂ ਤੇ ਮੱਥਾ ਇਸ ਲਈ ਟੇਕਦਾ ਹੈ ਕਿ ਕੱਲ ਸਿਰ ਤੇ ਬਹਿ ਸਕੇ। ਸਿਮਰਨ ਭਾਵ ਤੋਂ ਹੀਣੀ ਸੇਵਾ ਵਿੱਚ ਸਵਾਰਥ ਸਿੱਧੀ ਹੈ। ਜਿੱਥੇ ਸੇਵਾ ਵਿੱਚ ਸਵਾਰਥ ਆ ਗਿਆ ਉਹ ਵਪਾਰ ਬਣ ਜਾਂਦੀ ਹੈ। ਸੋ ਸੇਵਾ ਉਸ ਦੀ ਕਰਨੀ ਹੈ ਜੋ ਸਾਡੇ ਪਿੱਛੇ ਖੜਾ ਹੈ, ਤਾਂ ਕਿ ਅੱਗੇ ਵਧੇ, ਸਾਡੀ ਬਰਾਬਰੀ ਤੇ ਆਵੇ। ਰਾਜਨੀਤਿਕ ਨੂੰ ਤਾਂ ਹਮੇਸ਼ਾ ਉਸ ਤੋਂ ਡਰ ਰਹਿੰਦਾ ਹੈ ਜੋ ਉਸ ਦੇ ਪਿੱਛੇ ਖੜਾ ਹੈ। ਅਗਰ ਉਸ ਦਾ ਹੌਸਲਾ ਅਫਜ਼ਾਈ ਹੋਈ ਤਾਂ ਉਹ ਫਿਰ ਬਰਾਬਰ ਤੇ ਆ ਜਾਵੇਗਾ। ਰਾਜਨੀਤਿਕ ਇਹ ਬਰਦਾਸ਼ਤ ਨਹੀਂ ਕਰ ਸਕਦਾ। ਜਿੱਥੇ ਗੁਰੂ ਦੀ ਜਾਂ ਅਕਾਲ ਪੁਰਖ ਦੀ ਸੇਵਾ ਦੀ ਗੱਲ ਆਈ ਹੈ, ਉਸ ਦਾ ਮਤਲਬ ਵੀ ਇਤਨਾ ਹੀ ਹੈ ਕਿ ਸਿਮਰਨ ਕਰਨਾ ਹੈ। ਜਥਾ ਸੰਤ ਕੀ ਸੇਵਾ ਨਾਮ ਧਿਆਈ ਹੈ। ਇਸੇ ਪ੍ਰਕਾਰ ਹਰ ਕੀ ਟਹਿਲ ਕਮਾਵਣੀ ਜਪੀਐ ਪ੍ਰਭ ਕਾ ਨਾਮ। ਸੋ ਟਹਿਲ ਸੇਵਾ ਉਸ ਦੀ ਕਰਨੀ ਹੈ ਜੋ ਪਿੱਛੇ ਹੈ, ਤੇ ਸਿਮਰਨ ਉਸ ਦਾ ਕਰਨਾ ਹੈ ਜਿਸ ਨੂੰ ਪਿੱਛੇ ਰੱਖਿਆ ਹੀ ਨਹੀਂ ਜਾ ਸਕਦਾ, ਜੋ ਹਰ ਹਾਲਤ ਵਿੱਚ ਅੱਗੇ ਹੈ। ਸੇਵਾ ਮੋਟੀ ਅਕਲ ਵਾਲਾ ਵੀ ਕਰ ਸਕਦਾ ਹੈ, ਕਿਉਂਕਿ ਜਗਤ ਸਥੂਲ ਹੈ। ਅਸਥੂਲ ਜਗਤ ਦੀ ਸੇਵਾ ਮੋਟੀ ਬੁੱਧੀ ਨਾਲ ਵੀ ਹੋ ਸਕਦੀ ਹੈ। ਪਰ ਸਤ ਸੰਗਤ, ਕਥਾ, ਕੀਰਤਨ, ਵਿਚਾਰ ਸੁਣਦਿਆਂ ਜਿਤਨੇ ਤੱਕ ਬੁੱਧ ਵਿਵੇਕ ਭਾਵ ਬਰੀਕ ਨਹੀਂ ਹੁੰਦੀ, ਉਤਨੇ ਤੱਕ ਸਿਮਰਨ ਕਰਨਾ ਔਖਾ ਹੈ। ਵੇਖੋ ਸਾਧ ਸੰਗਤ, 8-8 ਘੰਟੇ ਸੇਵਾ ਕਰਨ ਵਾਲਾ 8 ਮਿੰਟ ਸਿਮਰਨ ਕਰਨ ਵਿੱਚ ਅਖਿਆਈ ਮਹਿਸੂਸ ਕਰੇਗਾ। 8 ਮਿੰਟ ਵੀ ਉਹਨੂੰ ਸਿਮਰਨ ਕਰਨ ਵਿੱਚ ਬੜੀ ਔਖਿਆਈ ਮਹਿਸੂਸ ਹੋਵੇਗੀ। ਜਿਸ ਦਾ ਰੰਗ ਰੂਪ ਵਰਨ ਭੇਖ ਕੁਝ ਵੀ ਨਾ ਹੋਵੇ, ਉਸ ਨੂੰ ਸ਼ਬਦ ਜਾਪ ਦੁਆਰਾ ਯਾਦ ਕਰਨਾ ਔਖਾ ਹੈ। ਜਥਾ ਆਖਣੇ ਔਖਾ ਸਾਚਾ ਨਾਉ। ਸੋ ਸਿਮਰਨ ਕਰਦਿਆਂ ਗੁਰਬਾਣੀ ਵਿਚਾਰ ਨਾਲ ਜਿਤਨੇ ਤੱਕ ਬੁੱਧ ਬਰੀਕ ਨਹੀਂ ਹੁੰਦੀ, ਉਤਨੇ ਤੱਕ ਤਾਂ ਸੇਵਾ ਵੀ ਸਵਾਰਥੀ ਹੋਵੇਗੀ, ਅਹੰਕਾਰ ਵਧੇਗਾ। ਸਿਮਰਨ ਕਰਦਿਆਂ ਜਦ ਮਤ ਬਰੀਕ ਹੁੰਦੀ ਹੈ ਤਾਂ ਸੇਵਾ ਵਿੱਚ ਇੱਕ ਅਦੁੱਤੀ ਨਿਖਾਰ ਆ ਜਾਂਦਾ ਹੈ, ਜਾਂ ਇੰਜ ਆਖੀਏ ਕਿ ਉਹ ਸੇਵਾ ਵੀ ਸਿਮਰਨ ਦਾ ਰੂਪ ਹੋ ਜਾਂਦੀ ਹੈ। ਸੋ ਸਾਧ ਸੰਗਤ, ਸੇਵਾ ਤੇ ਸਿਮਰਨ ਜਿਸ ਦੀ ਸਿੱਖ ਜਗਤ ਦੇ ਵਿੱਚ, ਜਾਂ ਇਸ ਤਰ੍ਹਾਂ ਕਹਿ ਲਓ ਕਿ ਧਾਰਮਿਕ ਦੁਨੀਆ ਦੇ ਵਿੱਚ ਬਹੁਤ ਵੱਡੀ ਇਸ ਦੀ ਉਪਯੋਗਤਾ ਹੈ। ਪਰ ਸੇਵਾ ਤੇ ਸਿਮਰਨ ਦੇ ਬੋਧ ਤੋਂ ਆਪਾਂ ਹੀਣੇ ਹਾਂ। ਗੁਰੂ ਕਿਰਪਾ ਕਰੇ ਸੇਵਾ ਤੇ ਜਗਤ ਦੀ ਕਰ ਸਕੀਏ ਨਿਰਛਿਤ ਭਾਵਨਾ ਦੇ ਨਾਲ।
ਸੇਵਾ ਜਿਹੜੀ ਆਪਣੇ ਤੋਂ ਪਛੜਿਆ ਹੋਇਆਂ ਦੀ ਕਰ ਸਕੀਏ ਨਿਰਛਿਤ ਭਾਵਨਾ ਦੇ ਨਾਲ, ਤੇ ਸਿਮਰਨ ਜਿਹੜਾ ਸਾਡੇ ਤੋਂ ਅੱਗੇ ਵੱਧ ਗਿਆ ਹੈ, ਭਾਵ ਜਿਹਦੇ ਤੋਂ ਅੱਗੇ ਕੋਈ ਹੋ ਨਹੀਂ ਸਕਦਾ, ਉਸ ਅਕਾਲ ਪੁਰਖ ਦਾ ਸਿਮਰਨ ਕਰ ਸਕੀਏ ਤਾਂ ਕਿ ਸਾਡਾ ਇਹ ਜੀਵਨ ਸਫਲਾ ਹੋ ਸਕੇ। ਇਸ ਲੋਕ ਤੋਂ, ਇਹ ਆਉਣ ਜਾਣ ਦੇ ਬੰਧਨ ਤੋਂ ਅਸੀਂ ਛੁੱਟ ਕੇ ਤੇ ਮੋਕਸ਼ ਪਦ ਨੂੰ ਪ੍ਰਾਪਤ ਕਰ ਸਕੀਏ। ਸੋ ਸਾਧ ਸੰਗਤ, ਇਤਨੀਆਂ ਬੇਨਤੀਆਂ ਪ੍ਰਵਾਨਣੀਆਂ। ਤੁਛ ਬੁੱਧੀ ਹੈ ਦਾਸ ਦੀ, ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਸੋ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।